ਹੁਣ ਇਸ ਵਿੱਚ ਪ੍ਰਮਾਣ ਦੀ ਲੋੜ ਪੈਣੀ ਆ ਆਪਾਂ ਨੂੰ। ਪ੍ਰਮਾਣ ਦਿੱਤੇ ਬਿਨਾਂ ਅੱਗੇ ਨਹੀਂ ਵੱਧ ਸਕਦੇ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼, ਉਹਨਾਂ ਦੇ ਉਸਤਾਦ ਸੀ ਭਗਤ ਉਜਾਗਰ ਸਿੰਘ ਜੀ। ਮਨ ਨੂੰ ਜਿੱਤ ਚੁੱਕੇ ਸਨ, ਬਿਲਕੁਲ ਇੰਦਰੀਆਂ ਬੱਸ ਵਿੱਚ ਸਨ ਉਹਨਾਂ ਦੇ। ਸੋ ਉਹਨਾਂ ਦੇ ਕੋਲ ਸਭ ਤੋਂ ਪਹਿਲਾਂ ਉਹਨਾਂ ਨੇ ਸੰਗਤ ਕੀਤੀ। ਅੰਮ੍ਰਿਤ ਛਕਣ ਤੋਂ ਪਹਿਲਾਂ ਦੀ ਗੱਲ ਹੈ। ਕਹਿੰਦੇ ਮੈਂ ਅੰਮ੍ਰਿਤ ਛਕਣਾ। ਭਗਤ ਜੀ ਮੈਨੂੰ ਅੰਮ੍ਰਿਤ ਦੀ ਦਾਤ ਫਿਰ ਲੈ ਕੇ ਦਿਓ, ਹੁਣ ਤੁਸੀਂ ਦੱਸੋ ਕਿਵੇਂ ਛਕੀਏ। ਭਗਤ ਜੀ ਕਹਿੰਦੇ ਜੇ ਉਹ ਅੰਮ੍ਰਿਤ ਛਕਣਾ ਨਾ ਤਾਂ ਪਹਿਲਾਂ 1 ਸਾਲ 25 ਪਾਠ ਜਪਜੀ ਸਾਹਿਬ ਦੇ ਕਰ, ਕਕਾਰ ਪਹਿਨ, 5 ਬਾਣੀਆਂ ਕੰਠ ਕਰ, ਰਹਿ ਰਾਸ ਕੀਰਤਨ 16 ਕੰਠ ਕਰ, ਅੰਮ੍ਰਿਤ ਵੇਲੇ ਉੱਠ ਕੇ 2 ਵਜੇ ਇਸ਼ਨਾਨ ਕਰ। 1 ਸਾਲ ਤਾਂ ਤੂੰ ਮਰਿਆਦਾ ਨੂੰ ਪਕਾ, ਫਿਰ ਤੈਨੂੰ 1 ਸਾਲ ਬਾਅਦ ਅੰਮ੍ਰਿਤ ਛਕਾਵਾਂਗੇ। 25 ਪਾਠ ਜਪਜੀ ਸਾਹਿਬ ਦੇ ਕਰ, ਰੋਜ਼ ਅੰਮ੍ਰਿਤ ਦੀ ਦਾਤ ਮੰਗ ਮਹਾਰਾਜ। ਇਹ ਮੰਗ ਕੇ ਮਹਾਰਾਜ ਮੇਰੀ ਨਿਭ ਜਾਏ ਸਿਰੇ ਤੱਕ, ਕੋਈ ਗਲਤੀ ਨਾ ਹੋਵੇ। ਸੋ ਇਹ ਗੱਲ ਸੁਣਾਈ ਉਹਨਾਂ ਨੇ ਆਪ। ਕਹਿੰਦੇ ਮੇਰਾ ਮਨ ਜਦੋਂ ਛੋਟੇ ਹੁੰਦੇ ਦਾ ਇੱਧਰ ਉੱਧਰ ਮਾੜਾ ਮੋਟਾ ਜਾਣਾ ਤਾਂ ਕਹਿੰਦੇ ਅਸੀਂ ਉਹਦੇ ਕੋਲ ਜਾ ਕੇ ਭਗਤ ਜੀ ਕੋਲ ਬੈਠਣਾ। ਕਹਿੰਦੇ ਜੀ ਮੇਰਾ ਮਨ ਇੱਧਰ ਉੱਧਰ ਬਹੁਤ ਜਾਂਦਾ ਹੈ। ਕਹਿੰਦੇ ਅੱਛਾ ਕਿੰਨਾ ਕੁ ਜਾਂਦਾ ਹੈ? ਕਹਿੰਦੇ ਜੀ ਬਹੁਤ ਜਾਂਦਾ। ਕਹਿੰਦੇ ਲੈ ਹੁਣ ਭੇਜ ਕੇ ਦਿਖਾ ਇਹਨੂੰ। ਸੋ ਆਪ ਦੱਸਦੇ ਸੀ ਮਹਾਨ ਪੁਰਸ਼, ਕਹਿੰਦੇ ਮੈਂ ਜ਼ੋਰ ਲਾ ਲਿਆ, ਮੈਂ ਆਪਣੇ ਮਨ ਨੂੰ ਇੱਧਰ ਉੱਧਰ ਭੇਜ ਦਿਆਂ, ਮੇਰਾ ਮਨ ਕਿਤੇ ਵੀ ਨਹੀਂ ਗਿਆ, ਨਹੀਂ ਜਾਂਦਾ। ਫਿਰ ਮਨ ਜੀਤਾ ਜਗ ਜੀਤ। ਮਨ ਨੂੰ ਜਿੱਤਣ ਵਾਲਾ ਦੂਜਿਆਂ ਦੇ ਮਨ ਨੂੰ ਮੁੱਠੀ 'ਚ ਕਰ ਲੈਂਦਾ। ਹਿਲਾ ਕੇ ਦਿਖਾਓ, ਉਹ ਹਿਲਦਾ ਹੀ ਨਹੀਂ। ਇੱਕ ਟਿਕੇ ਹੋਏ ਮਨ ਦੀ ਇੰਨੀ ਸ਼ਕਤੀ ਹੈ ਕਿ ਉਹ ਪਰਮੇਸ਼ਰ ਰੂਪ ਹੀ ਹੋ ਜਾਂਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਮਹਾਤਮਾ ਦੀ ਸੰਗਤ ਕੀਤਿਆਂ ਮਨ ਕਿਤੇ ਦੌੜਦਾ ਹੀ ਨਹੀਂ। ਸਾਧ ਸੰਗ ਅਸਥਿਤ ਮਨ ਪਾਵੈ। ਸਾਧੂ ਦੀ ਸੰਗਤ ਕੀਤਿਆਂ ਮਨ ਟਿਕਾਓ ਪ੍ਰਾਪਤ ਕਰ ਲੈਂਦਾ, ਇੱਕ ਜਗ੍ਹਾ ਦੇ ਉੱਤੇ ਟਿਕ ਜਾਂਦਾ। ਜਿਨ੍ਹਾਂ ਨੇ ਘਰ-ਬਾਰ ਛੱਡਿਆ, ਸਭ ਕੁਝ ਛੱਡਿਆ, ਸਵਾਦ ਤਿਆਗ ਦਿੱਤੇ ਨੇ, ਰਾਤ ਦਿਨ ਸੰਗਤ ਕਰਦੇ ਨੇ, ਨਾਮ ਜਪੀ ਜਾਂਦੇ ਨੇ, ਉਹਨਾਂ ਦਾ ਮਨ ਟਿਕਿਆ ਤਾਂ ਨਾਲ ਫਿਰ ਆਪਣਾ ਵੀ ਟਿਕਿਆ। ਸਾਧ ਕੈ ਸੰਗ ਮਾਇਆ ਤੇ ਭਿੰਨ। ਸਾਧ ਸੰਗਤ ਕੀਤਿਆਂ ਇਨਸਾਨ ਮਾਇਆ ਤੋਂ ਨਿਰਲੇਪ ਹੋ ਜਾਂਦਾ, ਕਿਉਂਕਿ ਮਾਇਆ ਤੋਂ ਨਿਰਲੇਪ ਦੀ ਸੰਗਤ ਜੋ ਹੋ ਗਈ। ਜੇ ਤਾਂ ਆਪਾਂ ਨੂੰ ਦੁਨਿਆਵੀ ਬੰਦੇ ਦੀ ਸੰਗਤ ਹੁੰਦੀ, ਦੁਨਿਆਵੀ ਬੰਦਾ ਤਾਂ ਮਾਇਆ 'ਚ ਫਸਿਆ ਹੁੰਦਾ। ਦੁਨਿਆਵੀ ਬੰਦੇ ਦੇ ਪ੍ਰਸ਼ਨ ਵੀ ਇਹੋ ਜਿਹੇ ਹੁੰਦੇ ਨੇ। ਹੋਰ ਹੁਣ ਪ੍ਰਸ਼ਨ ਆ ਗਿਆ ਉਹਨਾਂ ਦਾ, ਆਓ ਜੀ ਕੀ ਹਾਲ ਚਾਲ ਹੈ, ਬਾਲ ਬੱਚਾ ਰਾਜੀ ਹੈ, ਸਰੀਰ ਠੀਕ ਹੈ, ਕੰਮਕਾਰ ਕਿਵੇਂ ਚੱਲਦਾ। ਹੋਰ ਉਹ ਦੁਨਿਆਵੀ ਗੱਲ ਹੀ ਕਰੂਗਾ। ਇੱਥੇ ਵੀ ਜੇ ਮਿਲਣਾ, ਗੁਰਦੁਆਰੇ ਵਿੱਚ ਵੀ ਮਿਲਣਗੇ, ਚੰਗੀ ਭਲੀ ਕਥਾ ਕੀਤੀ ਹੈ, ਸੁਣੀ ਆ, ਮਨ ਟਿਕਿਆ ਹੋਇਆ। ਕਈ ਆ ਕੇ ਆਖਣਗੇ ਹੋਰ ਸੁਣਾਓ ਪਰਿਵਾਰ ਦਾ ਕੀ ਹਾਲ ਹੈ। ਵੀ ਪਰਿਵਾਰ ਕਿਤੇ ਭੱਜਿਆ ਜਾਂਦਾ ਜਾਂ ਪਰਿਵਾਰ ਦੀ ਇੱਥੇ ਗੱਲ ਕਰਨ ਦੀ ਕੀ ਲੋੜ ਹੈ। ਇਹੀ ਫਰਕ ਹੁੰਦਾ ਸੰਸਾਰੀ ਬੰਦੇ ਦਾ। ਮਹਾਤਮਾ ਜੇ ਮਿਲ ਗਿਆ ਨਾ, ਸੰਸਾਰ ਵਿੱਚ ਵੀ ਮਿਲ ਗਿਆ, ਮਹਾਤਮਾ ਨੇ ਇਹੀ ਪੁੱਛਣਾ ਹੈ, ਕਿਉਂ ਬਈ ਕਿਵੇਂ ਹੈ, ਨਿਤਨੇਮ ਠੀਕ ਚੱਲ ਰਿਹਾ, ਅੰਮ੍ਰਿਤ ਵੇਲੇ ਉੱਠਦੇ ਹੋ। ਹਮੇਸ਼ਾ ਇਹੀ ਡਰ ਲੱਗਿਆ ਰਹਿੰਦਾ ਉਹਨਾਂ ਕੋਲ ਜਾ ਕੇ, ਕਿਤੇ ਪੁੱਛ ਹੀ ਨਾ ਲੈਣ ਕੁਛ ਇਹੋ ਜਿਹਾ। ਕਿਉਂ ਬਈ ਘਰੇ ਕਿੰਨੇ ਵਜੇ ਉੱਠਦੇ ਹੁੰਦੇ ਹੋ, ਬਸ ਇਹੀ ਪ੍ਰਸ਼ਨ ਹੁੰਦਾ। ਫਿਰ ਡਰ ਲੱਗਦਾ। ਨਿਤਨੇਮ ਕਿੰਨਾ ਕਰਦੇ ਹੋ, ਸਿਮਰਨ ਕਿੰਨਾ ਕਰਦੇ ਹੋ, ਦਸਵੰਧ ਕਿੰਨਾ ਕੱਢਦੇ ਹੋ। ਉਹਨਾਂ ਨੇ ਪ੍ਰਸ਼ਨ ਹੀ ਇਹੋ ਜਿਹੇ ਕਰਨੇ। ਸੰਸਾਰੀ ਬੰਦਾ ਇਹ ਗੱਲ ਹੀ ਨਹੀਂ ਛੇੜਦਾ। ਦੋਨੋਂ ਹੀ ਚੋਰ ਹੁੰਦੇ ਨੇ, ਦੋਨੋਂ ਹੀ ਗੁਰੂ ਦੇ ਚੋਰ ਨੇ। ਕਿਉਂ ਉਹਨੇ ਵੀ ਨਹੀਂ ਉਹਨੂੰ ਪੁੱਛਣਾ ਨਿਤਨੇਮ ਬਾਰੇ, ਕਿਉਂ ਆਪ ਹੀ ਨਹੀਂ ਕਰਦਾ, ਦੂਜਾ ਵੀ ਨਹੀਂ ਕਰਦਾ। ਦੋਨੋਂ ਹੀ ਇਹੋ ਜਿਹੇ ਰਲ ਜਾਂਦੇ ਆ। ਜਦੋਂ ਗੱਲਾਂ ਕਰਨਗੇ ਮਾਇਆ ਦੀਆਂ, ਪਦਾਰਥਾਂ ਦੀਆਂ, ਬੱਚਿਆਂ ਦੀਆਂ, ਪਰਿਵਾਰਾਂ ਦੀਆਂ, ਕਿਉਂਕਿ ਦੋਨੋਂ ਕਾਣੇ ਨੇ। ਨਾ ਤਾਂ ਉਹ ਉੱਠਦਾ ਸਵੇਰੇ, ਨਾ ਉਹ ਉੱਠਦਾ। ਕਹਿੰਦਾ ਇਹੀ ਜੀ ਤਾਂ ਗੱਲ ਹੀ ਨਾ ਛੇੜੋ। ਇਸ ਕਰਕੇ ਸਾਧ ਸੰਗਤ ਵਿੱਚ ਜਦੋਂ ਵੀ ਮਿਲਦੇ ਆ ਤਾਂ ਸਾਧ ਸੰਗਤ ਵਿੱਚ ਇੱਕ ਦੂਜੇ ਨੂੰ ਨਿਤਨੇਮ ਬਾਰੇ ਗੱਲ ਕਰੋ, ਰਹਿਤ ਮਰਿਆਦਾ ਬਾਰੇ ਗੱਲ ਕਰੋ। ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਨੇ, ਇਹਨਾਂ ਦਾ ਕੋਈ ਲਾਭ ਨਹੀਂ। ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ। ਸਾਧੂ ਦੀ ਸੰਗਤ ਕੀਤਿਆਂ ਵਾਹਿਗੁਰੂ ਦੀ ਬਹੁਤ ਖੁਸ਼ੀ ਹੁੰਦੀ ਹੈ। ਜੇ ਕੋਈ ਮਹਾਤਮਾ ਦੀ ਸੰਗਤ ਕਰਦਾ ਹੈ, ਅਕਾਲ ਪੁਰਖ ਉਹਦੇ ਤੇ ਪ੍ਰਸੰਨ ਹੁੰਦੇ ਨੇ ਵੀ ਇਹ ਬੰਦਾ ਬੜਾ ਸਾਧ ਸੰਗਤ ਵਿੱਚ ਜਾਂਦਾ ਹੈ, ਸਾਧੂ ਦੀ ਸੰਗਤ ਕਰਦਾ ਹੈ, ਸਤਿਗੁਰੂ ਦੀ ਸੰਗਤ ਕਰਦਾ ਹੈ। ਹੁਣ ਵੀ ਤਾਂ ਖੁਸ਼ ਨੇ ਆਪਣੇ।
ਹੁਣ ਵੀ ਆਪਾਂ ਸਾਧ ਸੰਗਤ 'ਚ ਬੈਠੇ ਆ, ਸਤਿਗੁਰੂ ਜੀ ਦੇ ਮਹਾਰਾਜ ਦੇ ਕੋਲ ਬੈਠੇ ਆ। ਹੁਣ ਕਿਆ ਵਾਹਿਗੁਰੂ ਨਹੀਂ ਖੁਸ਼ ਆਪਣੇ ਤੇ? ਵਾਹਿਗੁਰੂ ਬਹੁਤ ਖੁਸ਼ ਹੁੰਦੇ ਨੇ। ਨਾਰਦ ਮੁਨੀ ਇੱਕ ਵਾਰ ਪਰਮਾਤਮਾ ਨੂੰ ਭਾਲਦਾ ਕਿਤੇ ਨਾ ਮਿਲੇ। ਉਦਾਸ ਹੋ ਕੇ ਨਾਰਦ ਮੁਨੀ ਸੰਗਤ ਵਿੱਚ ਆ ਬੈਠੇ। ਜਾਂ ਦੇਖਿਆ ਸੱਜੇ ਪਾਸੇ ਪਰਮੇਸ਼ਰ ਬੈਠੇ ਨੇ। ਕਹਿੰਦੇ ਮਹਾਰਾਜ ਤੁਸੀਂ ਇੱਥੇ, ਮੈਂ ਭਾਲਦਾ ਹਰ ਜਗ੍ਹਾ ਦੇ ਉੱਤੇ। ਪਰਮੇਸ਼ਰ ਕਹਿੰਦੇ ਨਾਰਦ ਮੁਨੀ ਜਦੋਂ ਮੈਂ ਤੈਨੂੰ ਕਿਤੇ ਨਾ ਮਿਲਾਂ ਤਾਂ ਜਿੱਥੇ ਸੰਗਤ ਹੁੰਦੀ ਫਿਰ ਮੈਂ ਉੱਥੇ ਬੈਠਾ ਹੁੰਦਾ, ਕਿਉਂਕਿ ਸਾਧ ਸੰਗਤ ਨਿਜ ਘਰ ਹੈ ਮੇਰੋ ਨਾਰਦ ਮੁਨ। ਮੇਰਾ ਅਸਲ ਵਿੱਚ ਘਰ ਹੀ ਸਾਧ ਸੰਗਤ ਹੈ। ਜਿੱਥੇ ਸੰਗਤ ਹੁੰਦੀ ਮੈਂ ਉੱਥੇ ਹੀ ਬੈਠਦਾ ਹਰ ਵਕਤ। ਮੇਰਾ ਹੋਰ ਕਿਤੇ ਚਿੱਤ ਨਹੀਂ ਕਰਦਾ ਬੈਠਣ ਨੂੰ। ਵਾਹਿਗੁਰੂ ਬਸ ਜਿੱਥੇ ਆਪਾਂ ਸੰਗਤ ਬੈਠ ਗਏ, ਵਾਹਿਗੁਰੂ ਉੱਥੇ ਵਿੱਚ ਹੀ ਬੈਠ ਗਏ ਤੇ ਖੁਸ਼ੀਆਂ ਹੀ ਖੁਸ਼ੀਆਂ ਬਖਸ਼ਿਸ਼ ਕਰਦੇ ਨੇ। ਸਾਧ ਸੰਗ ਦੁਸ਼ਮਨ ਸਭ ਮੀਤ। ਸਾਧੂ ਦੀ ਸੰਗਤ ਕੀਤਿਆਂ ਸਾਰੇ ਦੁਸ਼ਮਣ ਮਿੱਤਰ ਬਣ ਜਾਂਦੇ ਨੇ, ਕਿਉਂਕਿ ਮਨ ਜੀਤਾ ਜਗ ਜੀਤ ਦੀ ਅਵਸਥਾ ਵਿੱਚ ਹੈ। ਉਹ ਆਪਣੇ ਆਪ ਹੀ ਸਾਡੇ ਦੁਸ਼ਮਣਾਂ ਨੂੰ ਘੁਮਾ ਕੇ ਸਾਡੇ ਹੀ ਚਰਨੀ ਪਾ ਦੇਵੇਗਾ। ਮਨ ਹੀ ਬਦਲ ਦਿੰਦੇ ਉਹਨਾਂ ਦੇ। ਮਨ ਐਸਾ ਬਦਲ ਜਾਂਦਾ ਹੈ ਕਿ ਉਹ ਸਾਡੇ ਆ ਕਰਕੇ ਮਿੱਤਰ ਬਣ ਜਾਂਦੇ ਨੇ। ਭਈ ਹੁਣ ਸਾਡੀ ਤੇਰੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਸਾਧੂ ਕੈ ਸੰਗ ਮਹਾ ਪੁਨੀਤ। ਸਾਧੂ ਦੀ ਸੰਗਤ ਕੀਤਿਆਂ ਇਨਸਾਨ ਮਹਾ ਪੁਨੀਤ, ਪਵਿੱਤਰ 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 ਪੁਨੀਤ ਪੁਨੀਤ ਹੋ ਜਾਂਦਾ। ਸੁਣਤੇ ਪੁਨੀਤ ਕਹਤੇ ਪਵਿੱਤ। ਸੁਣਨ ਵਾਲੇ ਹਮੇਸ਼ਾ ਜ਼ਿਆਦਾ ਮਹਾਤਮ ਰੱਖਦੇ ਨੇ ਕਹਿਣ ਵਾਲੇ ਨਾਲੋਂ। ਸਾਧੂ ਦੀ ਸੰਗਤ ਕੀਤਿਆਂ ਇਨਸਾਨ ਮਹਾ ਪੁਨੀਤ ਹੁੰਦਾ ਹੈ, ਕਿਉਂਕਿ ਸਾਧੂ ਦੇ ਦੁਆਲੇ ਦੁਆਲੇ ਲਗਭਗ ਉਹਦੀ ਰੇਂਜ ਇੰਨੀ ਕੁ ਹੁੰਦੀ। ਆਪੋ ਆਪਣੇ ਅਭਿਆਸ ਦੀ ਕਮਾਈ ਦਾ ਫਰਕ ਹੈ ਇਹਨਾਂ ਦਾ। 1 ਫੁੱਟ 2 ਫੁੱਟ 3 ਫੁੱਟ ਤੱਕ ਇਹਨਾਂ ਦੇ ਸਿਮਰਨ ਦਾ ਹਿਸਾਬ ਹੁੰਦਾ। ਕਈਆਂ ਦੇ ਤਾਂ ਬਿਲਕੁਲ 1 ਫੁੱਟ ਨੇੜੇ ਜਾ ਕੇ ਹੀ ਪਤਾ ਲੱਗਦਾ ਕਿ ਕਿੰਨਾ ਕੁ ਅਭਿਆਸ ਹੈ ਇਹਨਾਂ ਦਾ। ਕਾਫੀ ਉਹਨਾਂ ਦੀਆਂ ਕਈ ਕੁ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਮਹਿਸੂਸ ਹੁੰਦੀਆਂ ਕਿ ਹਾਂ ਸਿਮਰਨ ਇੱਥੇ ਚੱਲ ਰਿਹਾ। ਕਈਆਂ ਦਾ ਕਾਫੀ ਦੂਰ ਦੂਰ ਤੱਕ ਹੁੰਦਾ। ਜਾਂ ਕੋਈ ਬਹੁਤ ਤਪਸਵੀ ਸਥਾਨ ਜਿਵੇਂ ਹਜੂਰ ਸਾਹਿਬ ਹੈ। ਹਜੂਰ ਸਾਹਿਬ, ਸ੍ਰੀ ਹੇਮਕੁੰਟ ਸਾਹਿਬ, ਪਟਨਾ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਇਹਨਾਂ ਸਥਾਨਾਂ ਤੇ ਸਿਮਰਨ ਬਹੁਤ ਜ਼ਿਆਦਾ ਹੈ। ਇੱਥੇ ਵੀ ਬਹੁਤ ਜ਼ਿਆਦਾ। ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ, ਪੁਰਾਣੇ ਜਿਹੜੇ ਧਾਰਮਿਕ ਸਥਾਨ ਨੇ ਇਤਿਹਾਸੀ, ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਸਥਾਨ ਤੇ ਸਿਮਰਨ ਹਰ ਵਕਤ ਹੀ ਹੁੰਦਾ ਰਹਿੰਦਾ। ਕੁਛ ਇਹੋ ਜਿਹੀ ਬਖਸ਼ਿਸ਼ ਹੁੰਦੀ। ਸਿਰਫ ਇੰਨਾ ਕੁ ਫਰਕ ਹੈ ਜੇ ਆਪਣਾ ਥੋੜਾ ਜਿਹਾ ਮਨ ਟਿਕਿਆ ਹੋਵੇ ਤਾਂ ਇਹਨਾਂ ਚੀਜ਼ਾਂ ਦਾ ਗਿਆਨ ਹੋ ਜਾਂਦਾ। ਵੈਸੇ ਤਾਂ ਇਹ ਸਭ ਤੋਂ ਵੱਧ ਵਾਹਿਗੁਰੂ ਬਾਕੀ ਤਾਂ ਜਾਣੇ ਕਿ ਕਿੱਥੇ ਹੈ ਕਿ ਨਹੀਂ। ਹਜੂਰ ਸਾਹਿਬ ਬਹੁਤ ਜ਼ਿਆਦਾ। ਹਜੂਰ ਸਾਹਿਬ ਇੰਨਾ ਸਿਮਰਨ ਹੈ ਨਾ, ਪਤਨ ਤੋਂ ਧਰਤੀ ਕੁਝ ਐਸੀ ਹੈ। ਪ੍ਰਾਤਨ ਸ੍ਰੀ ਹਰਿਮੰਦਰ ਸਾਹਿਬ ਵੀ ਇਸੇ ਤਰ੍ਹਾਂ ਹੀ ਹੈ। तो सतगुरु महाराज बख्शिश करते हैं, जिथे जिन्ना ज़्यादा सिमरन होया हुंदा उत्थे होर ज़्यादा कृपा हुंदी। साधु दे नाल मिल के पुनीत इंसान हो जाता हमेशा। साधु दे दर्शन करके पुनीत हुंदा, उहदे वल नूं ध्यान करके ही पुनीत हो जाता है। साधु दी ओरिजिनल फोटो देख के, क्योंकि ਜਿਹੜੀਆਂ ਫੋਟੋਆਂ ਆਪਾਂ ਦੇਖਦੇ ਹਾਂ ਮਹਾਰਾਜ ਦੀਆਂ ਬਣਾਈਆਂ, ਇਹ ਤਾਂ ਪੇਂਟਰਾਂ ਦੀਆਂ ਬਣਾਈਆਂ ਹੋਈਆਂ ਹੋਣ ਕਰਕੇ ਮਨੋਕਲਪਿਤ ਚੀਜ਼ਾਂ ਹਨ। ਜੇ ਅਸਲੀ ਫੋਟੋ ਮਿਲ ਜਾਏ ਤਾਂ ਉਹਦਾ ਇੱਕ ਵੱਖਰਾ ਪ੍ਰਭਾਵ ਹੁੰਦਾ, ਜਿਵੇਂ ਸਾਧੂ ਮਹਾਤਮਾ ਦੀ ਓਰੀਜਨਲ ਫੋਟੋ ਹੁੰਦੀ। ਸੋ ਜਦੋਂ ਕਿਸੇ ਗੁਰਮੁਖ ਨੂੰ ਕਲਗੀਧਰ ਮਹਾਰਾਜ ਦਰਸ਼ਨ ਹੋਏ ਹਜੂਰ ਸਾਹਿਬ, ਤਾਂ ਅਸੀਂ ਸੰਤ ਬਾਬਾ ਹਰਨਾਮ ਸਿੰਘ ਜੀ ਕੋਲ ਗਏ। ਉਹਨਾਂ ਨੇ ਇਹ ਪ੍ਰਸ਼ਨ ਉਹਨਾਂ ਨੂੰ ਕੀਤਾ ਸੀ ਬਾਬਾ ਜੀ ਨੂੰ, ਕਹਿੰਦੇ ਬਾਬਾ ਜੀ ਵੀ ਹੁਣ ਮੈਨੂੰ ਦਰਸ਼ਨ ਮਹਾਰਾਜ ਦੇ ਹੋਏ ਨੇ, ਬਚਨ ਵਿਲਾਸ ਵੀ ਹੋਏ ਨੇ, ਪਰ ਇਹ ਦੱਸੋ ਵੀ ਹੁਣ ਮੈਂ ਸ਼ਬਦ ਦਾ ਧਿਆਨ ਕਰਾਂ ਜਾਂ ਸ਼ਬਦ ਵਿੱਚ ਧਿਆਨ ਦੇਵਾਂ ਜਾਂ ਕਿ ਉਸ ਸਰੂਪ ਵੱਲ। ਬ੍ਰਹਮ ਗਿਆਨੀ ਨੂੰ ਸਵਾਲ ਕੀਤਾ ਤੇ ਬ੍ਰਹਮ ਗਿਆਨੀ ਨੇ ਜਵਾਬ ਵੀ ਬੜਾ ਸੋਹਣਾ ਦੇਣਾ ਹੁੰਦਾ। ਮਹਾਂਪੁਰਸ਼ ਕਹਿਣ ਲੱਗੇ ਵੀ ਜਦੋਂ ਤੈਨੂੰ ਮਹਾਰਾਜ ਦੇ ਅਸਲ ਸਰੂਪ ਦੇ ਹੁਣ ਦਰਸ਼ਨ ਹੋ ਹੀ ਗਏ ਨੇ ਤਾਂ ਉਹਨਾਂ ਦਰਸ਼ਨਾਂ ਦਾ ਧਿਆਨ ਕਰਿਆ ਕਰ, ਕਿਉਂਕਿ ਉਹ ਅਸਲ ਨੇ। ਇਹ ਫੋਟੋਆਂ ਜਿਹੜੀਆਂ ਹੁੰਦੀਆਂ ਨਕਲੀ ਹੁੰਦੀਆਂ ਨੇ, ਅਸਲ ਸਰੂਪ ਦੇ ਦਰਸ਼ਨ ਉਹਨਾਂ ਨੂੰ ਹੋਏ ਸ਼ਬਦ ਦੇ ਨਾਲ ਹੀ ਨੇ।
ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਸਾਧ ਸੰਗ ਕਿਸ ਸਿਉ ਨਹੀਂ ਬੈਰ। ਸਾਧੂ ਦੀ ਸੰਗਤ ਕੀਤਿਆਂ ਕਿਸੇ ਨਾਲ ਬੈਰ ਨਹੀਂ ਰਹਿੰਦਾ, ਕਿਉਂਕਿ ਸਾਧੂ ਆਪ ਵੈਰ ਨਹੀਂ ਕਰਦੇ ਤੇ ਨਾ ਵੈਰ ਕਰਨ ਨਹੀਂ ਦਿੰਦੇ ਨੇ। ਕਹਿੰਦੇ ਭਾਈ ਕਿਸੇ ਨਾਲ ਵੈਰ ਨਹੀਂ ਕਰਨਾ, ਆਪਾਂ ਨੇ ਹਮੇਸ਼ਾ ਪ੍ਰੇਮ ਹੀ ਰੱਖਣਾ ਸਭਨਾਂ ਦੇ ਨਾਲ। ਸਾਧ ਕੈ ਸੰਗ ਨ ਬੀਂਗਾ ਪੈਰ। ਸਾਧੂ ਦੀ ਸੰਗਤ ਕੀਤਿਆਂ ਟੇਢੇ ਪਾਸੇ ਪੈਰ ਨਹੀਂ ਜਾਂਦਾ, ਗਲਤ ਰਸਤੇ ਤੇ ਨਹੀਂ ਜਾਂਦਾ, ਆਉਂਦੇ ਹੀ ਫੜ ਲੈਂਦੇ ਨੇ। ਮਹਾਤਮਾ ਦਾ ਰਡਾਰ ਇੰਨਾ ਤਕੜਾ ਹੁੰਦਾ ਕਿ ਉਹ ਵਿਆਪਕ ਹੋ ਜਾਂਦੇ ਨੇ। ਉਹ ਕਿਤੇ ਵੀ ਕੋਈ ਵੀ ਗਲਤੀ ਕਰੇ ਨਾ, ਉਹਨੂੰ ਆਉਂਦੇ ਹੀ ਪੁੱਛ ਲੈਂਦੇ ਨੇ, ਕਿਉਂ, ਕਿੱਥੇ ਗਿਆ ਸੀ। ਅਸੀਂ ਇਹੋ ਜਿਹੀ ਕਈ ਚੀਜ਼ਾਂ ਦੇਖੀਆਂ ਮਹਾਤਮਾ ਨਾਲ ਰਹਿ ਕੇ, ਬੜਿਆਂ ਮਹਾਤਮਾ ਨਾਲ, ਕਈ ਮਹਾਤਮਾ ਨਾਲ ਦੇਖੀਆਂ, ਫਟ ਦਿਖਾ ਦਿੰਦੇ ਨੇ, ਕਿਉਂ, ਕਿੱਥੇ ਗਿਆ ਸੀ, ਫਲਾਣੇ ਥਾਂ ਕੀ ਕਰਦਾ ਸੀ, ਉੱਥੇ ਕਿਉਂ ਗਿਆ ਸੀ। ਫਿਰ ਬੰਦਾ ਜਿੱਥੇ ਮਰਜੀ ਰਹੇ, ਇੱਥੇ ਬੈਠਾ ਹੀ ਡਰੀ ਜਾਂਦਾ ਵੀ ਉਹਨਾਂ ਨੂੰ ਪਤਾ ਲੱਗ ਜਾਣਾ। ਇਸ ਕਰਕੇ ਉਹਦੇ ਸਿਰ ਦੇ ਉੱਤੇ ਡੰਡਾ ਹੋ ਜਾਂਦਾ। ਜਿਨ੍ਹਾਂ ਦੇ ਸਿਰ ਦੇ ਉੱਤੇ ਡੰਡਾ ਹੈ ਉਹ ਕਦੇ ਗਲਤੀ ਨਹੀਂ ਕਰਦਾ। ਸਾਧ ਕੈ ਸੰਗ ਨਾਹੀ ਕੋ ਮੰਦਾ। ਸਾਧੂ ਦੀ ਸੰਗਤ ਕੀਤਿਆਂ ਫਿਰ ਬੰਦਾ ਨਾ ਤਾਂ ਮੰਦੇ ਪਾਸੇ ਜਾਂਦਾ, ਨਾ ਮੰਦਾ ਚਿਤਵਦਾ, ਨਾ ਮੰਦਾ ਕਰਦਾ, ਨਾ ਮੰਦਾ ਖਾਂਦਾ, ਕੋਈ ਗਲਤੀ ਨਹੀਂ ਕਰਦਾ। ਫਿਰ ਮੰਦਾ ਬੰਦਾ ਮਿਲਦਾ ਵੀ ਨਹੀਂ ਉਹਨੂੰ। ਜਿੰਨਾ ਵੀ ਮੰਦਪੁਣਾ ਹੈ ਸਾਰਾ ਹੀ ਦੂਰ ਹੋ ਜਾਂਦਾ ਹੈ ਸਾਧੂ ਦੀ ਸੰਗਤ ਕੀਤਿਆਂ। ਰੱਖਿਆ ਵੀ ਕਰਦੇ ਨੇ, ਜਿਵੇਂ ਸਤਿਗੁਰੂ ਮਹਾਰਾਜ ਦਾ ਹੁਕਮ ਹੈ। ਇਹ ਇੱਕ ਪ੍ਰਣਾਲੀ ਐਸੀ ਬਣੀ ਹੋਈ ਹੈ। ਸੋ ਜਿਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ, 6ਵੇਂ ਪਾਤਸ਼ਾਹ ਬਚਨ ਕਰ ਰਹੇ ਸ਼ਾਮ ਦੀ ਕਥਾ 'ਚ, ਕਈ ਦਿਨ ਪਹਿਲਾਂ ਦੀ ਗੱਲ ਹੈ, ਮਹਾਰਾਜ ਕਹਿਣ ਲੱਗੇ, ਜੇ ਕਿਤੇ ਵੀ ਕੋਈ ਭਗਤੀ ਕਰਦਾ, ਕੋਈ ਬੰਦਾ ਸਿਮਰਨ ਕਰਦਾ, ਉਹਦੀ ਅਸੀਂ ਰੱਖਿਆ ਕਰਦੇ ਹਾਂ। ਜੇ ਅਸੀਂ ਨਾ ਵੀ ਰੱਖਿਆ ਕਰੀਏ ਤਾਂ ਜਿਹੜੇ ਸਾਡੇ ਸਾਧੂ ਮਹਾਤਮਾ ਗੁਰਮੁਖ ਪਿਆਰੇ ਨੇ, ਇਹਨਾਂ ਨੂੰ ਹੁਕਮ ਕਰ ਦਿੰਦੇ ਆ, ਜਾਓ ਭਾਈ ਫਲਾਣੇ ਥਾਂ ਉਹ ਫਲਾਣੇ ਬੰਦਾ ਕੰਮ ਕਰਕੇ ਆਓ। ਕਿਉਂਕਿ ਸਾਡੀਆਂ ਇਹ ਫੌਜਾਂ ਨੇ, ਸੰਤ ਮਹਾਤਮਾ ਹੋਏ, ਇਹਨਾਂ ਨੂੰ ਭੇਜ ਦਿੰਦੇ ਆ, ਜਾਓ ਫਲਾਣੇ ਦਾ ਕੰਮ ਕਰਕੇ ਆਓ। ਕਈ ਵਾਰ ਮਹਾਰਾਜ ਕਿਸੇ ਨੂੰ ਵੀ ਭੇਜ ਦਿੰਦੇ ਆ, ਕਈ ਵਾਰ ਖੁਦ ਵੀ ਆ ਜਾਂਦੇ ਆ, ਕਈ ਵਾਰ ਦੱਸ ਵੀ ਦਿੰਦੇ। ਕਈ ਵਾਰ ਜਿਨ੍ਹਾਂ ਨੂੰ ਸਿੱਧੇ ਦਰਸ਼ਨ ਨਹੀਂ ਦਿੰਦੇ, ਉਹਨਾਂ ਨੂੰ ਕਿਸੇ ਬੰਦੇ ਰਾਹੀਂ ਸੁਨੇਹਾ ਭੇਜ ਦਿੰਦੇ ਆ। ਸੋ ਇੱਥੇ ਇੱਕ ਮਹਾਤਮਾ, ਇੱਕ ਵਾਰੀ ਬੜੇ ਸਾਲਾਂ ਦੀ ਗੱਲ ਹੈ, ਇਹ ਸਰਾਂ ਵੱਲ ਨੂੰ ਤੁਰੇ ਜਾਣ, ਕਦੇ ਖੱਬੇ ਸੱਜੇ, ਕੋਈ ਸਿੰਘ ਮਿਲ ਪਿਆ। ਕਹਿੰਦੇ ਮਹਾਰਾਜ ਕਿਹਨੂੰ ਲੱਭਦੇ ਹੋ? ਕਹਿੰਦੇ ਤੈਨੂੰ ਹੀ ਲੱਭਦਾ। ਕਹਿੰਦੇ ਕਿਉਂ ਜੀ, ਮੈਥੋਂ ਕੀ ਗਲਤੀ ਹੋ ਗਈ? ਕਹਿੰਦੇ ਤੂੰ ਹਟਦਾ ਨਹੀਂ। ਕਹਿੰਦੇ ਕਿਉਂ ਜੀ? ਕਹਿੰਦੇ ਚੰਡੀ ਦੀ ਵਾਰ ਇੰਨੀ ਨਾ ਕਰਿਆ ਕਰ, ਤੂੰ ਇੰਨੇ ਪਾਠ ਕਰੀ ਜਾਣਾ, ਫਿਰ ਨੁਕਸਾਨ ਹੋ ਜਾਊਗਾ। ਉਹ ਸਿੰਘ ਬੜਾ ਹੈਰਾਨ ਹੋਇਆ ਵੀ ਇਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ। ਕਹਿੰਦੇ ਮੈਨੂੰ ਮਹਾਰਾਜ 10ਵੇਂ ਪਾਤਸ਼ਾਹ ਨੇ ਕਿਹਾ ਵੀ ਉਹਨੂੰ ਕਹਿ ਕੇ ਆ ਜਾ ਕੇ ਵੀ ਉਹ ਰਾਤ ਦਿਨ ਚੰਡੀ ਕਰੀ ਜਾਂਦਾ, ਇੱਕ ਪਾਠ ਕਰ ਲਿਆ ਕਰ ਜ਼ਿਆਦਾ ਤੋਂ ਜ਼ਿਆਦਾ, ਬਸ ਬਹੁਤੇ ਨਹੀਂ ਕਰਨੇ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਤੈਨੂੰ ਹੁਕਮ ਕੀਤਾ ਮਹਾਰਾਜ ਨੇ ਵੀ ਸੁਖਮਨੀ ਸਾਹਿਬ ਦੇ ਪਾਠ 21 25 ਜਿੰਨੇ ਹੁੰਦੇ ਕਰ ਲਵੇਂ, 11 ਕਰ ਲਵੇਂ, ਪਰ ਆਹ ਨਾ ਕਰੇ। ਕਹਿੰਦੇ ਆ ਮਹਾਰਾਜ ਜਲ ਪਾਣੀ ਛਕ ਜੋ ਕੋਈ। ਕਹਿੰਦੇ ਨਹੀਂ, ਬਸ ਮੈਂ ਸੁਨੇਹਾ ਦੇ ਕੇ ਵਾਪਸ ਮੁੜਨਾ ਜਲਦੀ। ਉਹ ਸੁਨੇਹਾ ਦੇ ਕੇ ਮੁੜ ਗਏ। ਇਸ ਤਰ੍ਹਾਂ ਸੁਨੇਹਾ ਆ ਜਾਂਦਾ, ਕਿਉਂ ਜਿਨ੍ਹਾਂ ਨੂੰ ਸਿੱਧੇ ਦਰਸ਼ਨ ਨਹੀਂ ਹੁੰਦੇ ਉਹਨਾਂ ਨੂੰ ਸੁਨੇਹੇ ਮਿਲ ਜਾਂਦੇ ਨੇ। ਉਹਨਾਂ ਨੂੰ ਕੋਈ ਨਾ ਕੋਈ ਗੁਰਮੁਖ ਸੁਨੇਹਾ ਜਾਂਦਾ, ਭਾਈ ਆਹ ਕੰਮ ਨਹੀਂ ਕਰਨਾ, ਜਾਂ ਕਈ ਵਾਰੀ ਕਿਸੇ ਦੇ ਵਿੱਚੋਂ ਬੋਲ ਕੇ ਚਲੇ ਜਾਂਦੇ ਨੇ। ਇਹ ਤਾਂ ਆਪਾਂ ਨੂੰ ਸਧਾਰਨ ਵਿਅਕਤੀਆਂ ਨੂੰ ਪਤਾ ਨਹੀਂ ਲੱਗਦਾ। ਇਹ ਜਿਨ੍ਹਾਂ ਨੂੰ ਪਤਾ ਹੁੰਦਾ ਨਾ ਕਿ ਇੱਥੋਂ ਇੱਕ ਆਵਾਜ਼ ਆ ਗਈ, ਇਹ ਕੀ ਗੱਲ, ਇਹ ਚੱਲਦੇ ਪ੍ਰਸੰਗ 'ਚ ਕੁਝ ਹੋਰ ਹੀ ਆ ਗਿਆ। ਕਈ ਵਾਰ ਕਥਾ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ, ਪ੍ਰਸੰਗ ਕੁਝ ਹੋਰ ਚੱਲਦਾ ਹੁੰਦਾ, ਆ ਕੁਝ ਹੋਰ ਜਾਂਦਾ। ਮਹਾਰਾਜ ਦੇ ਇਸ਼ਾਰੇ ਸਮਝਣੇ, ਬਸ ਕੋਈ ਬੰਦਾ ਹੀ ਸਮਝਦਾ। ਸਾਧ ਸੰਗ ਜਾਣੇ ਪਰਮਾਨੰਦਾ। ਜਦੋਂ ਸਾਧੂ ਦੀ ਸੰਗਤ ਕਰਦਾ ਤਾਂ ਕਿਉਂਕਿ ਸਾਧੂ ਵੀ ਪਰਮ ਆਨੰਦ ਵਿੱਚ ਲੀਨ ਹੈ। ਮਹਾਤਮਾ ਵੀ ਇਹੀ ਚਾਹੁੰਦੇ ਹੁੰਦੇ ਨੇ ਮੇਰੇ ਨਾਲ ਦੇ ਵੀ ਪਰਮ ਆਨੰਦ ਵਿੱਚ ਲੀਨ ਹੋ ਜਾਣ। ਸੰਤ ਬਾਬਾ ਸੁੰਦਰ ਸਿੰਘ ਜੀ ਦੇ ਨਾਲ ਜੇ ਕਿਸੇ ਨੇ ਸਿੱਖਣੀ, ਕਥਾ ਸਿੱਖਣ ਵਾਸਤੇ ਰਹਿਣਾ ਵੀ ਮੈਂ ਕਥਾ ਸਿੱਖਣੀ ਹੈ, ਤਾਂ ਉਹਨਾਂ ਨੇ ਕਹਿਣਾ ਸਹਿਜ ਪਾਠ ਦੀ ਸੰਥਿਆ ਪਹਿਲਾਂ ਬਾਹਰੋਂ ਕਰਿਆ ਕਿਸੇ ਗੁਰਸਿੱਖ ਤੋਂ। ਮੇਰੇ ਨਾਲ ਰਹਿਣਾ, ਮੇਰੇ ਨਾਲ ਰਹਿਣ ਦੀ ਸ਼ਰਤ ਇਹ ਆ 7 ਬਾਣੀਆਂ, 25 ਪਾਠ ਜਪਜੀ ਸਾਹਿਬ ਦੇ, 5 ਗ੍ਰੰਥੀ ਦਾ ਨਿਤਨੇਮ ਰੋਜ਼, ਅੰਮ੍ਰਿਤ ਵੇਲੇ 2 ਵਜੇ ਉੱਠਣਾ ਹੋਵੇਗਾ। ਜੇ 2 ਤੋਂ ਲੇਟ ਹੋ ਗਿਆ ਆਪਣੇ ਆਪ ਹੀ ਫਤਿਹ ਬੁਲਾ ਕੇ ਚਲਾ ਜਾਈਂ, ਬਸ ਮੇਰੇ ਨਾਲ ਜੇ ਰਹਿਣਾ। ਹੁਣ ਜਦੋਂ ਬੰਦਾ ਆਪਣੇ ਆਪ ਹੀ ਇੰਨੇ ਵਜੇ ਉੱਠਣ ਲੱਗ ਜਾਂਦਾ, ਇੰਨਾ ਨਿਤਨੇਮ ਕੁਦਰਤੀ ਉਹਨੂੰ ਇੰਨਾ ਉੱਚਾ ਲੈ ਜਾਂਦਾ ਕਿ ਉਹ ਪਰਮ ਆਨੰਦ ਵਿੱਚ ਹੀ ਚਲਿਆ ਜਾਂਦਾ।
ਘਰਾਂ ਵਿੱਚ ਆਪਾਂ ਨੂੰ ਕੋਈ ਟੋਕਣ ਵਾਲਾ ਨਹੀਂ, ਰੋਕਣ ਵਾਲਾ ਨਹੀਂ, ਕੋਈ ਉਠਾਉਣ ਵਾਲਾ ਨਹੀਂ, ਕੁਝ ਕਹਿਣ ਵਾਲਾ ਨਹੀਂ। ਇਸ ਕਰਕੇ ਆਪਾਂ ਅਵੇਸਲੇ ਹੋ ਜਾਂਦੇ ਹਾਂ। ਮਹਾਤਮਾ ਨਾਲ ਇਸੇ ਕਰਕੇ ਡਰ ਲੱਗਦਾ ਵੀ ਉੱਥੇ ਲਿਹਾਜ਼ ਥੋੜੀ ਕਰਨੀ, ਇਹ ਮਾੜਾ ਜਿਹਾ ਲੇਟ ਠੰਡੇ ਪਾਣੀ ਦੀ ਇੱਕ ਬਾਲਟੀ ਭਰ ਕੇ ਉੱਤੇ ਪਾਉਣ ਦੇ ਸਣੇ ਰਜਾਈ, ਚੱਲ ਬਈ, ਉੱਠਿਆ ਨਹੀਂ ਹੋਏ।